वाहिगुरु जी तेरी शरण मेरे दीन दयाला। सुख सागर मेरे गुरु गोपाला। कर कृपा नानक गुण गावे। राखो शरम असाड़ी जियो। कर कृपा नानक गुण गावे। राखो शरम असाड़ी जियो। जुगों जुग अटल वाणी के बोहित तन तन साहिब श्री गुरु ग्रंथ साहब महाराज जी की पावन पवित्र हजूरी विच सवाईमान होए बैठे सत्संगी जनों, सतगुरां दी अपार कृपा सदका इस स्थान ते भगतां दी उचारण कीती हुई बाणी जिस दी लड़ीवार विचार पिछले समय तो आरंभ कीती है। अज दे विचार अधीन पावन शब्द गौड़ी कबीर जी अंधकार सुख कब है न सोई है। राजा रंग दो मिल रोई है। इथों अज की विचार आरंभ होनी है। भगत कबीर साहब जी का गौड़ी राग विच उचारण किया होया 8वां शब्द है। पावन अंक 324 दे उत्ते अते 25 दे उत्ते सवाईमान है। मनोवृत्तियां एकाग्र करो। शब्द दे मोड़ पाठ करन तो पहला विचारां दी आरंभता तो पहला अदभुत सहत गुरफतेह दी सान करो। आखो जी वाहिगुरु जी का खालसा वाहिगुरु जी की फतेह। गौड़ी कबीर जी गौड़ी कबीर जी अंधकार सुख कबह न सोई है। अंधकार सुख कबह न सोई है। राजा रंक दो मिल रोई है। राजा रंक दो मिल रोई है। जो पै रसना राम न कहबो। जो पै रसना राम न कहबो। उपजत बिनसत रोवत रहबो। उपजत बिनसत रोवत रहबो। रहाओ रहाओ जस देखिए तरवर की छाया। जस देखिए तरवर की छाया। प्राण गए कहो का की माया। प्राण गए कहो का की माया। जस जंती मह जियो समाना। जस जंती में जियो समाना। मुए मरम को का कर जाना।
मुए मरम को का कर जाना। हंसा सरवर काल शरीर, हंसा सरवर काल शरीर। राम रसायन पियो रे कबीर, राम रसायन पियो रे कबीर। सर्व हंसा सरवल काल शरीर, हंसा सरवर काल शरीर। राम रसायन पियो रे कबीर, राम रसायन पियो रे कबीर। वाहिगुरु जी का खालसा वाहिगुरु जी की फतेह। भगत कबीर साहब जी ने पावन शब्द ਦੇ ਰਾਹੀਂ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਹਨ, ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਨਿਰਾ ਦੁੱਖ ਹੀ ਦੁੱਖ ਹੈ। ਇਹ ਮਾਇਆ ਅਤੇ ਸਰੀਰ ਅੰਤ ਤੇਰਾ ਸਾਥ ਨਹੀਂ ਦੇਣਗੇ ਤੇ ਨਾਮ ਹੀ ਤੇਰਾ ਅਸਲ ਸਾਥੀ ਹੈ। ਇਸ ਵਿਚਾਰਧਾਰਾ ਨੂੰ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਦ੍ਰਿੜ ਕਰਾ ਰਹੇ ਹਨ, ਇਸ ਵਿਚਾਰਧਾਰਾ ਦੇ ਨਾਲ ਜੋੜ ਰਹੇ ਹਨ। ਆਖ ਰਹੇ ਹਨ, ਜੋ ਪੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਬਤ ਰਹਿਬੋ ਰਹਾਓ। ਕਹਿੰਦੇ ਹੈ ਭਾਈ, ਜਦੋਂ ਤੱਕ ਮਨੁੱਖ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨਹੀਂ ਕਰਦਾ, ਉਦੋਂ ਤੱਕ ਕਹਿੰਦੇ ਉਪਜਤ ਬਿਨਸਤ ਰੋਬਤ ਰਹਿਬੋ, ਉਹ ਜਨਮਦਾ ਹੈ, ਮਰਦਾ ਹੈ, ਤੇ ਇਸ ਤਰ੍ਹਾਂ ਇਸ ਦੁੱਖ ਕਰਕੇ ਮਨੁੱਖ ਹਮੇਸ਼ਾ ਰੋਂਦਾ ਹੀ ਰਹਿੰਦਾ ਹੈ। ਤੇ ਕਿਰਸਾ ਕਹਿੰਦੇ ਤੁਸੀਂ ਜੇ ਇਸ ਤਰ੍ਹਾਂ ਹੀ ਰਹੋਗੇ ਤੇ ਰੋਂਦੇ ਹੀ ਰਹੋਗੇ। ਇਹ ਗੱਲ ਤਾਂ ਇਹ ਹੈ ਕਿ ਪਰਮੇਸ਼ਰ ਨੇ ਸਾਨੂੰ ਰਸਨਾ ਇਸ ਕਰਕੇ ਦਿੱਤੀ ਸੀ ਕਿ ਇਸ ਰਸਨਾ ਦੇ ਨਾਲ ਅਸੀਂ ਮਾਲਕ ਦੀ ਵਡਿਆਈ ਕਰਦੇ, ਕਿਉਂਕਿ ਗੁਰਬਾਣੀ ਆਖਦੀ ਹੈ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟਿਆ। ਜਿਹੜੀ ਰਸਨਾ ਨਾਮ ਨਹੀਂ ਜਪਦੀ ਕੀ ਕਰਨਾ ਹੈ, ਟੋਟੇ ਟੋਟੇ ਕਰਦੇ, ਕਿਉਂਕਿ ਰਸਨਾ ਨਾਲ ਗਾਇਆ ਹੀ ਸਾਡਾ ਦੁੱਖ ਦੂਰ ਹੋਣਾ। ਜੇ ਪਰਮਾਤਮਾ ਦਾ ਨਾਮ ਇਹ ਰਸਨਾ ਨਹੀਂ ਜਪਦੀ ਤਾਂ ਇਹ ਗੱਲ ਯਾਦ ਰੱਖਣਾ, ਰਸਨਾ ਨੇ ਹੀ ਨਾਮ ਜਪ ਕੇ ਸਾਡੇ ਬੰਧਨ ਜਿਹੜੇ ਨੇ ਉਹ ਕੱਟਣੇ ਹਨ। ਨਾਮ ਜਪਦਿਆਂ ਹੀ ਆਵਾਗਮਨ ਤੋਂ ਸਾਡੀ ਮੁਕਤੀ ਹੋਣੀ ਹੈ। ਤੇ ਜਦ ਤੱਕ ਜੀਵ ਨਾਲ ਪਰਮਾਤਮਾ ਨੂੰ ਨਹੀਂ ਜਪਦੇ ਜੀਵ, ਤਦੋਂ ਤੱਕ ਜੰਮਦੇ ਹਨ, ਮਰਦੇ ਹਨ, ਇਸੇ ਦੁੱਖ ਵਿੱਚ ਕਹਿੰਦੇ ਰੋਂਦੇ ਰਹਿੰਦੇ ਨੇ। ਕਿਉਂਕਿ ਉਹਨਾਂ ਚਿਰ ਇਹ ਦੁੱਖ ਜਨਮ ਮਰਨ ਦੀ ਜੋ ਪੀੜਾ ਹੈ, ਇਹ ਰੋਣਾ ਧੋਣਾ ਜਿਹੜਾ ਹੈ, ਇਹ ਕਦੀ ਜੀਵਨ ਵਿੱਚੋਂ ਪਾਸੇ ਨਹੀਂ ਹੋ ਸਕਦਾ। ਇਸ ਕਰਕੇ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਹਨ ਭਾਈ, ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪੋ, ਨਹੀਂ ਜਪੋਗੇ ਤਾਂ ਤੁਹਾਡਾ ਦੁੱਖ ਕੋਈ ਦੂਰ ਨਹੀਂ ਕਰ ਸਕਦਾ। ਪਹਿਲੇ ਬੰਦ ਵਿੱਚ ਜ਼ੋਰ ਦਿੱਤਾ, ਆਖਣ ਲੱਗੇ ਅੰਧਕਾਰ। ਅੰਧਕਾਰ ਦਾ ਅਰਥ ਹੈ ਜਿੱਥੇ ਹਨੇਰਾ ਹੈ, ਜਿੱਥੇ ਅਗਿਆਨਤਾ ਹੈ। ਸਾਡੀ ਜ਼ਿੰਦਗੀ 'ਚ ਕੀ ਹੁੰਦਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਅਸੀਂ ਅੰਧਕਾਰ ਦੇ ਵਿੱਚ ਰਹਿ ਕੇ ਸੁਖ ਲੱਭਦੇ ਹਾਂ, ਪਰ ਸੱਚ ਇਹ ਹੈ ਅੰਧਕਾਰ ਸੁਖ ਕਭੈ ਨਾ ਸੋਈ ਹੈ।
ਆਓ ਕਿ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਅਗਿਆਨਤਾ ਵਿੱਚ, ਜੋ ਅਗਿਆਨਤਾ ਦਾ ਹਨੇਰਾ ਹੈ ਨਾ, ਉਹਦੇ ਵਿੱਚ ਕਦੀ ਵੀ ਸੁਖ ਪ੍ਰਾਪਤ ਨਹੀਂ ਹੁੰਦਾ। ਸੁਖ ਕਵੈ ਨਾ ਸੋਈ ਹੈ। ਜੇ ਬੰਦਾ ਸੁਖੀ ਰਹਿਣਾ ਚਾਹੇ ਅਗਿਆਨਤਾ ਦੇ ਹਨੇਰੇ ਦੇ ਵਿੱਚ, ਤੇ ਉਹ ਕਦੀ ਸੁਖੀ ਨਹੀਂ ਹੋ ਸਕਦਾ। ਔਰ ਕਹਿਣ ਲੱਗੇ ਇਹ ਗੱਲ ਸੱਚ ਹੈ ਕਿ ਜੇ ਪਰਮੇਸ਼ਰ ਦਾ ਨਾਮ ਨਹੀਂ ਤੇ ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਕੰਗਾਲ ਹੋਵੇ, ਦੋਨੋਂ ਹੀ ਕਹਿੰਦੇ ਨੇ ਉਹ ਦੁਖੀ ਨੇ, ਰੋਂਦੇ ਹਨ। क्योंकि गुरबाणी ने स्पष्ट कह दिता, सगल सृष्ट को राजा दुखिया, हर का नाम जपत होए सुखिया। सारी सृष्टि का राजा भी होएगा, वो भी दुखी होएगा। नाम जप के ही एक राजा सुखी हो सकता है, नाम जप के कंगाल सुखी हो सकता है। नाम तो बिना ना राजा सुखी है, नाम तो बिना ना कंगाल सुखी है। इस करके कह लगे अंधकार सुख कवै न सोई है, राजा रंक दो मिल रोई है। भावें कोई राजा होवे, भावें कंगाल होवे, कहते दोने ही दुखी हैं जिन्ना चिर इन्हां दी जिंदगी च नाम नहीं है, अज्ञानता दा हनेरा है। फिर अगले वचन कीते, कहन लगे जस देखिए तरवर की छाया, जिमें वेखते हाँ एक रुख दी छां, वो सदैव काल इक्को ਜਿਹੀ नहीं रहती। कदी छां बहुती हुंदी है, कदी घट जाती है, ते कदी छां लोप भी हो जाती है। जस देखिए तरवर की छाया, तरवर कहते रुख की छा नूं पाओ परछावां इक्को जिहा नहीं रहिंदा, ये घटदा बढ़दा रहिंदा है, पाओ ये सदैव काल नहीं रहिंदा। प्राण गए कहो काकी माया, इस तरह जे मनुख दे प्राण निकल जाण ते दसो किस दी माया है। इहदा साथ दिंदी है माया। ते जे प्राण निकलन तो बाद माया साथी नहीं है, माया साथ ही नहीं देंदी, तो फिर इसका मान क्यों करना। कबीर साहब कहना चाहते हैं, इतना हंकार क्यों करना इस माया का, इस तन का। जे प्राण निकलते सार ये माया मनुख की नहीं रहिंदी, तो भगत कबीर साहब जिस गल दे उत्ते जोर दे रहे ने, कहने फिर इस माया का गुमान क्यों मान करना है, क्योंकि ये तो माया घर बदल लैंदी है। प्राण निकलन की देर है। भगत कबीर साहब जी के शब्द है, कहते खसम मरै तो नार न रोवै, उस रखवारा ओरो होवै। जदों मालक मर जाता है ना, तो प्यार वाले सच जानना, ये जिहड़ी माया है ना, ये उस मालक नूं नहीं रोंदी, सगों इसकी राखी करन वाला, इसका मालक, इसका खसम होर कोई बन जाता है। ये जितनी भी माया, जितने भी धन पदार्थ ने, जिन्हां दे विच असीं गलतान हो जाते हाँ, और गलतान होकर असीं उस परमात्मा के नाम नूं भुला दिंदे हाँ, और परमात्मा का नाम भुलना ही साड़ी जिंदगी का सब तो बड़ा दुख है। नीरा दुख ही दुख है जदों नाम भुल जाता है। और जदों ये प्राण निकल जाते हैं, तो ये जिहड़ी माया है ना, ये फिर उस मनुख की नहीं रहिंदी। जिस घर का ये मालक सी, जिस सोने का मालक सी, उहें जमीन का मालक सी, राजपाट सी, इन्हां विचों कोई भी चीज़ फिर इसका साथ नहीं देती। गुरु अर्जन देव जी महाराज आखते ने, हस्त सत असब पवन तेज
ਧਨੀ ਭੂਮਨ ਚਤਰਾਂਗਾ, ਸੰਗ ਨ ਚਾਲਿਓ ਇਨ ਮੈਂ ਕਛਵੈ, ਊਠ ਸਿਧਾਇਓ ਨਾਂਗਾ। ਇੱਕ ਵੀ ਚੀਜ਼ ਕਹਿੰਦੇ ਇਹਨਾਂ ਵਿੱਚੋਂ ਕੋਈ ਸਾਥ ਨਹੀਂ ਚੱਲਦੀ, ਸਾਥ ਨਹੀਂ ਦਿੰਦੀ। ਕਬੀਰ ਸਾਹਿਬ ਕਹਿੰਦੇ ਫਿਰ ਅਸੀਂ ਇਤਨਾ ਮਾਣ ਕਿਉਂ ਕਰਦੇ ਹਾਂ, ਇਤਨਾ ਗੁਮਾਨ ਕਿਉਂ ਕਰਦੇ ਹਾਂ। ਇਹ ਗੱਲ ਸਮਝ ਲਈਏ ਨਾ ਵੀ ਜਦੋਂ ਤੱਕ ਪ੍ਰਾਣ ਨੇ ਇਹ ਸਭ ਕੁਝ ਆਪਣਾ ਲੱਗ ਰਿਹਾ, ਪਰ ਪ੍ਰਾਣਾਂ ਦੇ ਨਿਕਲਦੇ ਸਾਰ ਇਹ ਮਾਇਆ ਮੇਰੀ ਆਪਣੀ ਨਹੀਂ ਹੋਏਗੀ, ਮਾਇਆ ਮੇਰਾ ਸਾਥ ਨਹੀਂ ਦੇਗੀ, ਔਰ ਇਹ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ। ਪ੍ਰਾਣ ਗਏ ਕਹੋ ਕਾਕੀ ਮਾਇਆ, ਫਿਰ ਕਹਿੰਦੇ ਨੇ ਜਸ ਜੰਤੀ ਮੈਂ ਜੀਓ ਸਮਾਨਾ। ਜਿਵੇਂ ਕੋਈ ਮਨੁੱਖ ਸਾਜ਼ ਵਜਾ ਰਿਹਾ ਹੈ, ਔਰ ਜਦੋਂ ਉਹ ਸਾਜ਼ ਦੇ ਉੱਪਰੋਂ ਆਪਣਾ ਹੱਥ ਉਠਾਉਂਦਾ ਹੈ, ਉਸ ਵਿੱਚੋਂ ਜਿਹੜੀ ਆਵਾਜ਼ ਨਿਕਲੇ ਸੀ, ਰਾਗ ਨਿਕਲਿਆ ਸੀ, ਉਹ ਸਾਜ਼ ਦੇ ਵਿੱਚ ਹੀ ਅਲੋਪ ਹੋ ਜਾਂਦਾ ਹੈ। ਕਹਿੰਦੇ ਦੱਸੋ ਉਹ ਆਵਾਜ਼ ਕਿੱਥੇ ਚਲੀ ਗਈ, ਉਹ ਸਾਜ਼ ਕਿੱਥੇ ਚਲਾ ਗਿਆ, ਸਾਜ਼ ਦੇ ਵਿੱਚ ਜੋ ਰਾਗ ਦੀ ਆਵਾਜ਼ ਸੀ ਉਹ ਕਿੱਥੇ ਅਲੋਪ ਹੋ ਗਈ। ਜਸ ਜੰਤੀ ਮੈਂ ਜੀਉ ਸਮਾਨਾ, ਜਿਹੜਾ ਜੰਤਰੀ ਦੇ ਵਿੱਚ, ਜੰਤ ਦੇ ਵਿੱਚੋਂ ਜਿਹੜੇ ਸਾਜ਼ ਵਿੱਚੋਂ ਰਾਗ ਨਿਕਲਿਆ ਸੀ ਨਾ, ਉਹ ਰਾਗ ਦੇ ਜਿਹੜਾ ਹੈ ਉਹ ਸਾਜ਼ ਵਿੱਚ ਹੀ ਅਲੋਪ ਹੋ ਜਾਂਦਾ ਹੈ। ਉਹ ਕਿਸੇ ਨੂੰ ਪਤਾ ਨਹੀਂ ਉਹ ਕਿੱਥੇ ਜਾਂਦਾ ਹੈ। ਕੋਈ ਗਾਰੰਟੀ ਨਾਲ ਨਹੀਂ ਕਹਿ ਸਕਦਾ ਕਿ ਸਾਜ਼ ਦੀ ਆਵਾਜ਼ ਜੋ ਆ ਰਹੀ ਸੀ ਇਹ ਇਸ ਪਾਸੇ ਚਲੀ ਗਈ, ਇਸ ਪਾਸੇ ਚਲੀ ਗਈ। ਇਸ ਤਰ੍ਹਾਂ ਹੀ ਕਹਿਣ ਲੱਗੇ ਮੂਏ ਮਰਮ ਕੋ ਕਾਕਰ ਜਾਨਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਕੋਈ ਮਨੁੱਖ ਮਰ ਜਾਂਦਾ ਹੈ, ਕਹਿੰਦੇ ਉਸ ਮਰਮ ਨੂੰ ਕੌਣ ਜਾਣ ਸਕਦਾ ਹੈ। ਪਾਓ ਮਰੇ ਮਨੁੱਖ ਦਾ ਭੇਦ ਇਹ ਵੀ ਕੋਈ ਨਹੀਂ ਜਾਣ ਸਕਦਾ ਕਿ ਇਸ ਦੀ ਆਤਮਾ, ਇਸ ਦੀ ਜਿੰਦ ਕਿੱਥੇ ਗਈ, ਕੋਈ ਮਨੁੱਖ ਨਹੀਂ ਜਾਣ ਸਕਦਾ। ਬਹੁਤ ਸਾਰੇ ਲੋਕਾਂ ਨੇ ਯਤਨ ਕੀਤਾ, ਕਹਿੰਦੇ ਅਸੀਂ ਮਰਾਂਗੇ ਤੇ ਦੱਸਾਂਗੇ ਕਿ ਜਿੰਦ ਕਿੱਥੇ ਜਾਂਦੀ ਹੈ। ਨਾ ਕੋਈ ਜਿਉਂਦਾ ਜੀ ਇਸ ਦਾ ਭੇਦ ਪਾ ਸਕਿਆ, ਨਾ ਮਰਨ ਤੋਂ ਬਾਅਦ ਆ ਕੇ ਕੋਈ ਦੱਸ ਸਕਿਆ ਕਿ ਇਹ ਆਤਮਾ ਜਾਂਦੀ ਕਿੱਥੇ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੂਏ ਮਰਮ ਕੋ ਕਾਕਰ ਜਾਣਾ। ਪਾਓ ਕਿ ਮਰੇ ਮਨੁੱਖ ਦਾ ਭੇਦ, ਉਹਦੀ ਜਿੰਦ ਕਿੱਥੇ ਗਈ, ਕੋਈ ਮਨੁੱਖ ਨਹੀਂ ਜਾਣ ਸਕਦਾ ਇਹ ਕਿੱਥੇ ਜਾਂਦੀ ਹੈ। ਔਰ ਇਹ ਗੱਲ ਯਾਦ ਰੱਖਣਾ, ਇਹਨਾਂ ਚੱਕਰਾਂ ਵਿੱਚ ਗੁਰਮਤਿ ਸਾਨੂੰ ਪਾਉਂਦੀ ਵੀ ਨਹੀਂ ਕਿ ਮਰਨ ਤੋਂ ਬਾਅਦ ਜਿੰਦ ਕਿੱਥੇ ਜਾਂਦੀ ਹੈ, ਕਿਹੜੀ ਜੂਨ 'ਚ ਜਾਂਦੀ ਹੈ। ਸਿੱਖੀ ਵਿੱਚ ਐਸੇ ਕੋਈ ਸਿਧਾਂਤ ਨਹੀਂ ਹਨ। ਭਾਵੇਂ ਅਸੀਂ ਕਈ ਵਾਰੀ ਆਪਣੇ ਸਮਾਜ ਦੇ ਵਿਚਾਲੇ ਦੁਆਲੇ ਕਰਮ ਕਾਂਡ ਦੇਖਦੇ ਹਾਂ ਕਿ ਜਦੋਂ ਕੋਈ ਪ੍ਰਾਣੀ ਮਰਦਾ ਹੈ, ਉਸ ਵੇਲੇ ਉਹਦੇ ਮਰਨ ਤੋਂ ਬਾਅਦ ਉਸ ਥਾਂ 'ਤੇ ਦੀਵਾ ਜਗਾ ਦਿੱਤਾ ਜਾਂਦਾ ਹੈ। ਕਈ ਬੰਦੇ ਉੱਥੇ ਸੁਆਹ ਖੜਾ ਦਿੰਦੇ ਨੇ, ਕਈ ਉੱਥੇ ਖੀਰ ਬਣਾ ਕੇ ਰੱਖ ਦਿੰਦੇ ਨੇ, ਕਈ ਕੋਈ ਘਰ ਦੇ ਵਿੱਚ ਹੋਰ ਸਮਾਨ। ਇਹ ਵੇਖਾਂਗੇ ਕਿ ਇਹ ਜਿੰਦ ਕਿਹੜੀ ਜੂਨ 'ਚ ਗਈ ਹੈ। ਕਬੀਰ ਸਾਹਿਬ ਕਹਿੰਦੇ ਇਹ ਭੇਦ ਭਾਈ ਕਿਸੇ ਨੂੰ ਨਹੀਂ ਪਤਾ। ਇਹ ਸਭ ਕਰਮ ਕਾਂਡ ਹੈ, ਇਹ ਬੇਅਰਥ ਦੀਆਂ ਚੀਜ਼ਾਂ ਹਨ, ਕਿਉਂਕਿ ਆਮ ਲੋਕ ਜਿਹੜੇ ਸਨ ਇਹਨਾਂ ਚੱਕਰਾਂ ਵਿੱਚ ਹੀ ਪੈ ਜਾਂਦੇ ਸਨ ਵੀ ਇਹ ਜਿਹੜਾ ਪ੍ਰਾਣੀ ਗਿਆ ਹੈ ਪਤਾ ਕਰਾਂਗੇ ਇਸ ਦੀ ਜਿੰਦ ਕਿੱਥੇ ਗਈ ਹੈ, ਅਗਲਾ ਕਿਹੜਾ ਜਨਮ ਲਿਆ। ਭਗਤ ਕਬੀਰ ਸਾਹਿਬ ਇਸ ਗੱਲ ਦੇ ਉੱਤੇ ਕਹਿ ਰਹੇ ਨੇ ਕਿ ਇਸ ਦਾ ਭੇਦ ਕਿ ਜਿੰਦ ਮਰਨ ਤੋਂ ਬਾਅਦ ਕਿੱਥੇ ਜਾਂਦੀ ਹੈ ਕੋਈ ਵੀ ਨਹੀਂ ਜਾਣ ਸਕਦਾ, ਕਿਸੇ ਨੂੰ ਨਹੀਂ ਪਤਾ। ਤੇ ਅਗਲੇ ਵਚਨ ਕਿਤੇ ਕਹਿਣ ਲੱਗੇ ਹੰਸਾ ਸਰਵਰ ਕਾਲ ਸਰੀਰ। ਹੰਸਾ ਸਰਵਰ ਦਾ ਅਰਥ ਹੁੰਦਾ ਸਰੋਵਰ। ਜਿਵੇਂ ਹੰਸ ਨੂੰ ਸਰੋਵਰ ਹੈ, ਹੰਸ ਨੂੰ ਜਿਵੇਂ ਸਰੋਵਰ ਹੈ, ਭਾਵ ਹੰਸ ਸਰੋਵਰ ਦੇ ਨੇੜੇ ਹੀ ਉੜਦੇ ਰਹਿੰਦੇ ਹਨ, ਸਰੋਵਰ ਤੋਂ ਦੂਰ ਨਹੀਂ ਜਾਂਦੇ। ਇਸ ਤਰ੍ਹਾਂ ਹੀ ਕਾਲ ਸਰੀਰ। ਭਗਤ ਕਬੀਰ ਸਾਹਿਬ ਕਹਿੰਦੇ ਤਿਵੇਂ ਮੌਤ ਸਰੀਰਾਂ ਲਈ ਹੈ, ਭਾਵ ਕਿ ਸਰੀਰਾਂ ਦੇ ਨੇੜੇ ਹੀ ਘੁੰਮਦੀ ਰਹਿੰਦੀ ਹੈ।
ਇਹ ਭੁਲੇਖਾ ਨਾ ਕਰਨਾ। ਆਪਾਂ ਕਹਿੰਦੇ ਮੌਤ ਆ ਗਈ, ਮੌਤ ਆਈ ਨਹੀਂ। ਮੌਤ ਤਾਂ ਜਿਸ ਦਿਨਾਂ ਜਨਮ ਹੋਇਆ ਸੀ ਉਸ ਦਿਨਾਂ ਤੋਂ ਨਾਲ ਨਾਲ ਆਈ ਹੋਈ ਹੈ। ਮੌਤ ਦਾ ਵਸ ਨਹੀਂ ਸੀ ਚੱਲ ਰਿਹਾ ਪ੍ਰਾਣ ਕੱਢਣ ਦਾ। ਮੌਤ ਤਾਂ ਸਰੀਰ ਦੇ ਨਾਲ ਨਾਲ ਘੁੰਮ ਰਹੀ ਹੈ। ਉਦਾਹਰਨ ਦੇ ਰਹੇ, ਜਿਵੇਂ ਹੰਸ ਸਰੋਵਰ ਦੇ ਉੱਤੇ ਉੱਡਦੇ ਰਹਿੰਦੇ ਨੇ, ਇਸ ਤਰ੍ਹਾਂ ਮੌਤ ਜਿਹੜੀ ਹੈ ਉਹ ਸਰੀਰ ਦੇ ਉੱਤੇ ਹਰ ਵੇਲੇ ਮੰਡਰਾਦੀ ਰਹਿੰਦੀ ਹੈ, ਹਰ ਵੇਲੇ ਮੌਤ ਨਾਲ ਰਹਿੰਦੀ ਹੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੋਰਠ ਰਾਗ ਦੇ ਬਚਨ ਕੀਤੇ, ਕਾਲ ਬਿਆਲ ਜੋ ਪਰਿਓ ਡੋਲੈ, ਮੁਖ ਪਸਾਰੈ ਮੀਚ, ਆਜ ਕਾਲ ਹੁਣ ਤੋਹਿ ਗ੍ਰਸ ਹੈ, ਸਮਝ ਰੱਖਿਓ ਚੀਤ। ਅੱਜ ਨੇ ਤੇ ਕੱਲ ਮੌਤ ਨੇ ਤੈਨੂੰ ਦੱਸ ਲੈਣਾ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ। ਕਾਲ ਬਿਆਲ, ਬਿਆਲ ਕਹਿੰਦੇ ਨੇ ਮੌਤ ਰੂਪੀ ਅਜਗਰ, ਕਹਿੰਦੇ ਨੇ ਉਸਨੇ ਮੂੰਹ ਅੱਡਿਆ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਕਾਲ ਤੇਰੇ ਸਿਰ ਤੇ ਬੈਠਾ ਹੋਇਆ ਹੈ, ਕਾਲ ਰੂਪੀ ਸਭ ਤੇਰੇ ਗਲੇ ਵਿੱਚ ਪਿਆ ਹੋਇਆ ਹੈ, ਔਰ ਤੇਰੇ ਉੱਪਰ ਹਰ ਵੇਲੇ ਮੂੰਹ ਅੱਡ ਕੇ ਹੈ। ਕਾਲ ਬਿਆਲ ਜੋ ਪਰਿਓ ਡੋਲੈ, ਮੁਖ ਪਸਾਰੈ ਮੀਚ, ਉਸਨੇ ਆਪਣਾ ਮੁਖ ਅੱਡਿਆ ਹੋਇਆ, ਮੁਖ ਖੋਲਿਆ ਹੋਇਆ ਮੌਤ ਨੇ। ਆਜ ਕਾਲ ਹੁਣ ਤੋਹਿ ਗਰਸ ਹੈ, ਅੱਜ ਨਹੀਂ ਤੇ ਕੱਲ ਉਸ ਮੌਤ ਨੇ ਤੈਨੂੰ ਖਾ ਜਾਣਾ ਹੈ। ਸਮਝ ਰੱਖਿਓ ਚੀਤ, ਚਿੱਤ ਦੇ ਅੰਦਰ ਇਸ ਗੱਲ ਨੂੰ ਸਮਝ ਲਈ, ਚੰਗੀ ਤਰ੍ਹਾਂ ਆਪਣੇ ਜਿਹਨ ਨਸੀਨ ਕਰ ਲਈ, ਆਪਣੇ ਮਨ ਵਿੱਚ ਗੱਲ ਨੂੰ ਵਸਾ ਲਈ ਕਿ ਮੌਤ ਹਰ ਵੇਲੇ ਨਾਲ ਹੈ। ਮੌਤ ਕਿਤੋਂ ਬਾਹਰੋਂ ਨਹੀਂ ਆਉਂਦੀ, ਮੌਤ ਤਾਂ ਹਰ ਵੇਲੇ ਨਾਲ ਹੈ। ਕਬੀਰ ਸਾਹਿਬ ਕਹਿੰਦੇ ਨੇ, ਬਸ ਤਿੰਨ ਕਾਰਨ ਜਦੋਂ ਬਣਦੇ ਨੇ ਉਸ ਵੇਲੇ ਮੌਤ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸਮਾਂ, ਅਸਥਾਨ ਤੇ ਤੀਜੀ ਗੱਲ ਹੈ ਕਾਰਨ। ਵਿਦਵਾਨ ਸੱਜਣ ਕਹਿੰਦੇ ਹਨ ਕਿ ਜਦੋਂ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਉਸ ਵੇਲੇ ਪ੍ਰਾਣੀ ਨੂੰ ਜਾਣਾ ਪੈਂਦਾ ਹੈ, ਕਿਉਂਕਿ ਮੌਤ ਤਾਂ ਨਾਲ ਨਾਲ ਘੁੰਮ ਰਹੀ ਸੀ। ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਲਿਖਾ ਕੇ ਆਏ ਹਾਂ ਸੰਸਾਰ ਦੇ ਵਿੱਚ। ਮੌਤ ਨਾਲ ਹੈ, ਹਰ ਵੇਲੇ ਨਾਲ ਘੁੰਮ ਰਹੀ ਹੈ, ਔਰ ਇਸ ਤਰ੍ਹਾਂ ਘੁੰਮ ਰਹੀ ਹੈ ਜਿਵੇਂ ਕਿ ਸਰੋਵਰ ਦੇ ਉੱਤੇ ਹੰਸ ਉੱਡਦੇ ਰਹਿੰਦੇ ਨੇ। ਇਸ ਤਰ੍ਹਾਂ ਇਹ ਮੌਤ ਜਿਹੜੀ ਹੈ ਹਰ ਵੇਲੇ ਸਰੀਰ ਦੇ ਆਲੇ ਦੁਆਲੇ ਰਹਿੰਦੀ ਹੈ। ਇਸ ਤਰ੍ਹਾਂ ਸਰੀਰਾਂ ਦੇ ਲਈ ਮੌਤ ਹੈ, ਜਿਵੇਂ ਸਰਵਰ ਦੇ ਨੇੜੇ ਤੇੜੇ ਹੰਸ ਰਹਿੰਦੇ ਹਨ। ਤੇ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਵਿਚਾਰ ਲੈਣੀ ਚਾਹੀਦੀ ਹੈ ਕਿ ਮੌਤ ਕੋਈ ਸਾਡੇ ਤੋਂ ਬਹੁਤੀ ਦੂਰ ਨਹੀਂ। ਮੌਤ ਦਾ ਔਰ ਸਾਡਾ ਫਾਸਲਾ ਕੇਵਲ ਇਤਨਾ ਹੈ, ਹਮ ਆਦਮੀ ਹਾਂ ਇੱਕ ਦਮੀ। ਜਿਹੜਾ ਦਮ ਆ ਰਿਹਾ ਅਸੀਂ ਆਦਮੀ ਹਾਂ, ਨਹੀਂ ਦਮ ਆਏਗਾ ਅਸੀਂ ਆਦਮੀ ਨਹੀਂ, ਮ੍ਰਿਤਕ ਹਾਂ, ਮਿੱਟੀ ਦਾ ਢੇਰ ਹੋਵਾਂਗੇ। ਔਰ ਗੁਰਬਾਣੀ ਨੇ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ। ਮਹਾਰਾਜ ਕਹਿੰਦੇ, ਹਰ ਜਪਦੇ ਆਖਣ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੈ ਕਿ ਨਾ ਆਵੈ ਰਾਮ। सदगुरु ने कहा कि कहाँ विसासा इस भांडे का, इतनक लागे ठणका, आगे को कुछ तुल्हा बांधो क्या परवासा धन का। भी धन का कोई भरोसा नहीं, अगे वास्ते कोई तुल्हा तैयार कर लै, कोई बेड़ी तैयार कर लै, क्योंकि मौत तो हर वेले सिर ते बैठी हुई है। फिर कबीर साहब की करना चाहिए? तुसीं ये गल दस ही दित्ती कि मौत हर वेले नाल है, और ये कोई डरन वाली गल नहीं। कबीर साहब सानू डरा नहीं रहे, ये असलीयत तो जाणू करा रहे हैं कि मौत हर वेले शरीर दे नाल नाल चल रही है। काल हर वेले तेरे नाल है। जिहड़ा बंदा काल नू चेते रखता है ना, उसनों कभी अकाल नहीं भुलता। एक बार उच्चारण करो, सतनाम। जिन्हों काल भुल गया उन्होंने अकाल भी भुल गया। जिन्हों मौत चेते नहीं उन्होंने परमात्मा भी चेते नहीं।
ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਗੋਰ ਨਿਮਾਣੀ ਛੱਡ ਕਰੇ, ਨੀ ਘਰਿਆਂ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ। ਬਾਣੀ ਡਰਾ ਨਹੀਂ ਰਹੀ ਸਾਨੂੰ। ਕਹਿੰਦੇ ਮੌਤ ਕਹਿੰਦੀ ਹੈ ਕਿ ਬਾਅਦ ਦੇ ਵਿੱਚ ਜ਼ਰੂਰ ਤੈਨੂੰ ਇੱਥੇ ਆਉਣਾ ਹੀ ਹੈ ਨਾ, ਤੇ ਮਰਨ ਤੋਂ ਕਿਉਂ ਡਰਨਾ? ਇਹ ਤਾਂ ਅਸਲੀਅਤ ਹੈ ਨਾ। ਫਿਰ ਭਗਤ ਕਬੀਰ ਸਾਹਿਬ ਕਹਿੰਦੇ, ਜਦੋਂ ਮੈਨੂੰ ਇਹ ਗੱਲ ਸਮਝ ਆ ਗਈ ਕਿ ਮੌਤ ਹਰ ਵੇਲੇ ਮੇਰੇ ਨਾਲ ਹੈ, ਤੇ ਰਾਮ ਰਸਾਇਣ ਪੀਓ ਦੇ ਕਬੀਰ, ਤਾਂ ਤੇ ਹੈ ਕਬੀਰ ਸਭ ਰਸਾਂ ਤੋਂ ਜੋ ਸ੍ਰੇਸ਼ਟ ਰਸ ਹੈ ਪਰਮਾਤਮਾ ਦੇ ਨਾਮ ਦਾ, ਉਸ ਨੂੰ ਪੀ। ਕਬੀਰ ਸਾਹਿਬ ਨੇ ਆਪ ਨੂੰ ਕਹਿ ਰਹੇ ਨੇ, ਉਸ ਨੂੰ ਪੀ, ਉਸ ਨਾਮ ਦੇ ਰਸ ਨੂੰ ਮਾਣ। ਜੇ ਬਾਕੀ ਚੀਜ਼ਾਂ ਨੇ ਤੇਰਾ ਸਾਥ ਹੀ ਨਹੀਂ ਦੇਣਾ, ਤੇਰੀ ਚੀਜ਼ਾਂ ਸੰਗੀ ਨਹੀਂ ਹਨ, ਤੇ ਫਿਰ ਉਹਨਾਂ ਰਸਾਂ ਵਿੱਚ ਕਿਉਂ ਪਿਆ ਹੋਇਆ? ਆਓ ਕਿ ਇੱਥੇ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਨੀਰਾ ਦੁੱਖ ਹੀ ਦੁੱਖ ਹੈ। ਭਾਵੇਂ ਉਹ ਕੋਈ ਰਾਜਾ ਹੋਵੇ, ਭਾਵੇਂ ਉਹ ਕੰਗਾਲ ਹੋਵੇ। ਇਹ ਮਾਇਆ ਜਿਹੜੀ ਹੈ, ਇਹ ਜਿਹੜਾ ਸਾਡਾ ਸਰੀਰ ਹੈ, ਅੰਤ ਵੇਲੇ ਨਾ ਸਰੀਰ ਨੇ ਸਾਥ ਦੇਣਾ, ਨਾ ਇਸ ਮਾਇਆ ਨੇ ਸਾਥ ਦੇਣਾ। ਦੋਨਾਂ ਨੇ ਸਾਡਾ ਸਾਥ ਨਹੀਂ ਦੇਣਾ। ਤੇ ਤੀਜੀ ਗੱਲ ਸ਼ਬਦ ਵਿੱਚ ਸਮਝਾ ਰਹੇ ਨੇ, ਨਾਮ ਹੀ ਤੇਰਾ ਅਸਲ ਸਾਥੀ ਹੈ, ਔਰ ਨਾਮ ਹੀ ਸੁੱਖਾਂ ਦਾ ਮੂਲ ਹੈ। ਜੇ ਤੂੰ ਸੁੱਖ ਚਾਹੁੰਦਾ ਹੈ ਭਾਈ, ਤੇ ਸੁੱਖਾਂ ਦਾ ਮੂਲ ਹੈ ਨਾਮ, ਔਰ ਤੇਰਾ ਅਸਲ ਸਾਥੀ ਹੈ ਨਾਮ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਉਸ ਨਾਮ ਨਾਲ ਜੁੜ ਜਾ। ਨਾਮ ਨਾਲ ਜੁੜ ਜਾਏਗਾ, ਫਿਰ ਤੇਰੇ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰ ਭਉ ਆਪੇ ਮਿਲੇ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਗੁਰੂ ਮਹਾਰਾਜ ਕਿਰਪਾ ਕਰਨ, ਸਰਬਤ ਸੰਗਤਾਂ ਦੇ ਸਿਰ ਤੇ ਮਿਹਰਦਾਤ ਰੱਖਣ, ਚੜ੍ਹਦੀਆਂ ਕਲਾ ਬਖਸ਼ਣ। ਫਤਿਹ ਦੀ ਸਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ।